हेलो एवरीवन, वेलकम टू विक्टर्स नॉलेज। दिस इज जीनू शर्मा। सो ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਆਪਣਾ ਲਾਸਟ ਯੂਨਿਟ 5 ਪੀਪੀਐਸਸੀ ਸੀਡੀਪੀਓ ਐਗਜ਼ਾਮ ਦੇ ਲਈ। ਸੋ ਹੁਣ ਬਹੁਤ ਹੀ ਥੋੜੇ ਦਿਨ ਰਹਿ ਗਏ ਨੇ। ਸੋ 2-3 ਦਿਨਾਂ ਦੇ ਵਿੱਚ ਇਹ ਜਿਹੜਾ ਪੂਰਾ ਦਾ ਪੂਰਾ ਸਿਲੇਬਸ ਹੈ ਮੈਂ ਤੁਹਾਨੂੰ ਕਵਰ ਕਰਵਾ ਦੂੰਗੀ। ਸੋ ਟੈਸਟ ਸੀਰੀਜ਼ ਬਾਰੇ ਆਲਰੇਡੀ ਤੁਹਾਨੂੰ ਪਤਾ ਹੈ। ਜਿਹੜੇ ਸਟੂਡੈਂਟਸ ਨੇ ਨਹੀਂ ਬਾਏ ਕੀਤੀ ਤੁਸੀਂ ਬਾਏ ਕਰ ਸਕਦੇ ਹੋ। ਪੇਮੈਂਟ ਡਿਟੇਲਸ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ। ਸੋ ਜਿਹੜਾ ਹੁਣ ਇਹ ਲਾਸਟ ਯੂਨਿਟ ਹੈ ਇਹਦੇ ਵਿੱਚ ਸਿਰਫ ਔਰ ਸਿਰਫ ਆਪਾਂ ਨੇ ਲਾਅ ਐਕਟ ਲੈਜਿਸਲੇਸ਼ਨਸ ਪੜ੍ਹਨੀਆਂ ਨੇ ਤੇ ਪੇਪਰ ਦੇ ਲਈ ਇਹ ਕਾਫੀ ਇੰਪੋਰਟੈਂਟ ਹੈ। ਸੋ ਜਿਹੜਾ ਸਿਲੇਬਸ ਹੈ ਉੱਥੇ ਡਾਇਰੈਕਟਲੀ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਕਿ ਕਿਹੜੇ ਅਮੈਂਡਮੈਂਟ ਵਾਲੇ ਐਕਟ ਨੇ ਤੇ ਕਿਹੜੇ ਆਪਾਂ ਨੇ ਡਾਇਰੈਕਟਲੀ ਓਰੀਜਨਲ ਐਕਟ ਤਿਆਰ ਕਰਨੇ ਨੇ। ਸੋ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ 1956 ਦਾ। ਸੋ ਅਨੈਤਿਕ ਵਪਾਰ, ਸਪਰੈਸ਼ਨ ਆਫ ਇਮੋਰਲ ਟ੍ਰੈਫਿਕ, ਇਸ ਚੀਜ਼ ਨੂੰ ਰੋਕਣ ਦੇ ਲਈ ਮਹਿਲਾਵਾਂ ਤੇ ਬੱਚਿਆਂ ਦੇ ਵਿੱਚ 1956 ਦੇ ਵਿੱਚ ਇਹ ਐਕਟ ਆਇਆ ਸੀ, ਜਿਹਨੂੰ ਹਾਂ ਕੀਤੀ ਸੀ, ਪਾਰਲੀਮੈਂਟ ਨੇ ਪਾਸ ਹੋਇਆ ਸੀ। 30 ਦਸੰਬਰ 1956 ਨੂੰ ਅਸੈਂਟ ਮਿਲੀ ਸੀ ਤੇ ਪੂਰੇ ਭਾਰਤ ਦੇ ਵਿੱਚ ਇਹ ਲਾਗੂ ਹੁੰਦਾ। ਸੋ ਇਸ ਐਕਟ ਦੇ ਵਿੱਚ ਮੇਨ ਜਿਹੜੀ ਇੰਟਰਨੈਸ਼ਨਲ ਕਨਵੈਨਸ਼ਨ ਹੈ ਯੂਨਾਈਟਿਡ ਨੇਸ਼ਨ ਦੀ ਸਪਰੈਸ਼ਨ ਆਫ ਵਿਮਨ ਇਨ ਟ੍ਰੈਫਿਕ ਇਨ ਪਰਸਨ ਐਕਸਪਲੋਇਟੇਸ਼ਨ ਇਨ ਅਦਰ 1950 ਦੇ ਵਿੱਚ ਜਿਹੜੀ ਇੰਡੀਆ ਨੇ ਸਾਈਨ ਕੀਤੀ ਸੀ। ਸੋ ਉਸੇ ਕਨਵੈਨਸ਼ਨ ਨੂੰ ਓਰੀਜਨਲ ਰੂਪ ਦੇ ਵਿੱਚ ਇਨਫੋਰਸ ਲਾਗੂ ਕਰਵਾਉਣ ਦੇ ਲਈ ਇਹ ਐਕਟ ਪਾਸ ਕੀਤਾ। ਸੋ ਪੇਪਰਸ ਤੁਹਾਨੂੰ ਆ ਸਕਦਾ ਕਿ ਐਕਟ ਹੈ ਜਿਹੜਾ ਕਿਹੜੀ ਇੰਟਰਨੈਸ਼ਨਲ ਕਨਵੈਨਸ਼ਨ ਦੇ ਆਧਾਰ ਉੱਤੇ ਲਿਆਂਦਾ ਗਿਆ ਸੀ ਭਾਰਤ ਦੇ ਅੰਦਰ। ਸੋ ਇਹ ਕਨਵੈਨਸ਼ਨ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਇਸ ਐਕਟ ਨੂੰ ਸ਼ਾਰਟ ਦੇ ਵਿੱਚ ਪੀਟਾ ਐਕਟ ਵੀ ਕਿਹਾ ਜਾਂਦਾ ਹੈ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ, ਪ੍ਰੀਵੈਂਸ਼ਨ ਆਫ ਇਮੋਰਲ ਟ੍ਰੈਫਿਕਿੰਗ ਐਕਟ। ਸੋ ਪੀਟਾ ਐਕਟ ਵੀ ਇਹਨੂੰ ਆਪਾਂ ਕਹਿੰਦੇ ਆ। ਸੋ ਪੇਪਰ ਦੇ ਵਿੱਚ ਪੀਟਾ ਸੁਣ ਕੇ ਤੁਸੀਂ ਕਨਫਿਊਜ਼ ਨਹੀਂ ਹੋਣਾ। 2 ਅਮੈਂਡਮੈਂਟਸ ਹੋਈਆਂ ਨੇ ਮੇਜਰ 1978 1986 ਦੇ ਵਿੱਚ ਤੇ ਇਹਨਾਂ ਅਮੈਂਡਮੈਂਟਸ ਦਾ ਮੇਨ ਮਕਸਦ ਸੀ ਇਸ ਐਕਟ ਨੂੰ ਜੈਂਡਰ ਨਿਊਟਰਲ ਬਣਾ ਦੇਣਾ। ਕੁਝ ਅਪਰਾਧ ਜਿਹੜੇ ਮੁੰਡਿਆਂ ਦੇ ਲਈ ਵੀ ਨੇ ਸਪੈਸੀਫਿਕਲੀ, ਸੋ ਉਹਨਾਂ ਨੂੰ ਵੀ ਇਹਦੇ ਵਿੱਚ ਲੈ ਕੇ ਆਉਣਾ ਸੋ ਦੈਟ ਇੱਕ ਜੈਂਡਰ ਇਕੁਆਲਿਟੀ, ਜੈਂਡਰ ਨਿਊਟਰੈਲਿਟੀ ਆ ਸਕੇ। ਜਿਹੜਾ ਇਹ ਪੂਰਾ ਐਕਟ ਹੈ ਟੋਟਲ 25 ਸੈਕਸ਼ਨਸ ਦੇ ਵਿੱਚ ਡਿਵਾਈਡਡ ਹੈ ਤੇ ਇੱਕ ਸਕੈਜੂਲ ਹੈ। ਸਕੈਜੂਲ ਦੇ ਵਿੱਚ ਕੀ ਹੁੰਦਾ, ਐਕਟ ਦੇ ਕੁਝ ਡੀਟੇਲਸ ਹੁੰਦੀਆਂ ਨੇ ਜਿਨ੍ਹਾਂ ਦੀ ਐਕਟ ਦੇ ਵਿੱਚ ਸਿਰਫ ਰੈਫਰੈਂਸ ਹੁੰਦੀ ਹੈ ਤੇ ਐਂਡ ਤੇ ਫਿਰ ਜਿੱਥੇ ਸਾਰੇ ਸੈਕਸ਼ਨ ਖਤਮ ਹੁੰਦੇ ਨੇ ਉੱਥੇ ਇੱਕ ਸਕੈਜੂਲ ਐਡ ਕੀਤਾ ਜਾਂਦਾ ਹੈ। ਪੀਟਾ ਤੋਂ ਇਲਾਵਾ ਇੰਡੀਅਨ ਪੀਨਲ ਕੋਡ 1860 ਵਾਲਾ ਜਿਹੜਾ ਆਪਣਾ ਪੁਰਾਣਾ ਆਈਪੀਸੀ ਐਕਟ ਸੀ, ਕਨਸਟੀਟਿਊਸ਼ਨ ਐਕਟ ਸੀ 1950 ਦਾ, ਜੁਵੀਨਲ ਜਸਟਿਸ ਕੇਅਰ ਐਕਟ ਹੈ 2015 ਦਾ, ਹੋਰ ਬਹੁਤ ਸਾਰੀਆਂ ਸਟੇਟ ਲੈਜਿਸਲੇਸ਼ਨ ਨੇ ਜਿਹੜੇ ਕਿ ਪ੍ਰੋਸਟੀਟਿਊਸ਼ਨ ਟ੍ਰੈਫਿਕਿੰਗ ਦੀ ਗੱਲ ਕਰਦੇ ਨੇ। ਸੋ ਮੇਨ ਇਸ ਐਕਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੇ ਕੋਈ ਬ੍ਰੋਥਲ ਵਗੈਰਾ ਚਲਾ ਰਿਹਾ ਹੈ, ਕੋਈ ਪ੍ਰੋਸਟੀਟਿਊਸ਼ਨ ਤੋਂ ਪੈਸਾ ਲੈ ਰਿਹਾ ਹੈ, ਕੋਈ ਸੋਲਿਸਿਟ ਕਰ ਰਿਹਾ ਹੈ, ਕਿਸੇ ਨੂੰ ਇੱਕ ਤਰੀਕੇ ਨਾਲ ਸਿਡਿਊਸ ਕੀਤਾ ਜਾ ਰਿਹਾ ਹੈ। ਸਿਡਿਊਸ ਕਰਨ ਦਾ ਮਤਲਬ ਹੁੰਦਾ ਤੁਸੀਂ ਕਿਸੇ ਨੂੰ ਲਾਲਚ ਦੇ ਰਹੇ ਹੋ ਕਿਸੇ ਚੀਜ਼ ਦਾ। ਪ੍ਰੋਸਟੀਟਿਊਸ਼ਨ ਵਿੱਚ ਆਉਣ ਦਾ ਜਿਹੜਾ ਇਹ ਧੰਦਾ ਹੈ ਦੇਹ ਵਪਾਰ ਦਾ, ਸੋ ਦੇਹ ਵਪਾਰ ਦੇ ਧੰਦੇ ਦੇ ਵਿੱਚ ਆਉਣ ਲਈ ਤੁਸੀਂ ਕਿਸੇ ਨੂੰ ਧੋਖੇ ਦੇ ਨਾਲ ਲਲਚਾ ਕੇ ਲੈ ਕੇ ਆ ਰਹੇ ਹੋ। ਸੋ ਉਹਨੂੰ ਉਕਸਾ ਰਹੇ ਹੋ ਕਿ ਤੁਸੀਂ ਇਹ ਵਪਾਰ ਦੇ ਵਿੱਚ ਆ। ਕਿਸੇ ਪਬਲਿਕ ਏਰੀਆ ਦੇ ਵਿੱਚ ਜਿਵੇਂ ਕੋਈ ਰੈਜ਼ੀਡੈਂਸ਼ੀਅਲ ਏਰੀਆ ਉੱਥੇ ਤੁਸੀਂ ਇਹ ਬ੍ਰੋਥਲ, ਜਿਹਨੂੰ ਆਪਾਂ ਕੋਠਾ ਕਹਿ ਦਿੰਦੇ ਹਾਂ ਪੰਜਾਬੀ ਸਿੰਪਲ ਲੈਂਗੁਏਜ ਦੇ ਵਿੱਚ, ਸੋ ਇੱਥੇ ਦੇਹ ਵਪਾਰ ਕੀਤਾ ਜਾਂਦਾ ਹੈ। ਸੋ ਇਸ ਟਾਈਪ ਦੀਆਂ ਸਾਰੀਆਂ ਚੀਜ਼ਾਂ ਨੂੰ ਮੇਨਲੀ ਰੋਕਣ ਦੇ ਲਈ ਇਸ ਐਕਟ ਨੂੰ ਲਿਆਂਦਾ ਗਿਆ। ਸੋ ਇਸ ਐਕਟ ਦੀ ਸਿਗਨੀਫੀਕੈਂਸ ਕੀ ਹੈ, ਐਸੈਂਸ ਕੀ ਹੈ, ਮੇਨ ਮਕਸਦ ਕੀ ਹੈ ਜਿਹਦੇ ਕਰਕੇ ਇਹਨੂੰ ਲਿਆਂਦਾ ਗਿਆ ਸੀ, ਉਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਸੋ ਇੱਕ ਹੋਰ ਇੰਪੋਰਟੈਂਟ ਚੀਜ਼ ਜੋ ਪੇਪਰਸ ਤੁਹਾਨੂੰ ਸਿੱਧੀ ਆ ਸਕਦੀ ਹੈ ਕਿ ਇਮੋਰਲ ਟ੍ਰੈਫਿਕਿੰਗ ਐਕਟ ਹੈ ਜਿਹੜਾ ਇਹ ਪ੍ਰੋਸਟੀਟਿਊਸ਼ਨ ਨੂੰ, ਦੇਹ ਵਪਾਰ ਦੇ ਧੰਦੇ ਨੂੰ ਇਲੀਗਲ ਨਹੀਂ ਕਹਿ ਰਿਹਾ। ਸੋ ਇਹਨੇ ਕੁਝ ਕੰਡੀਸ਼ਨ ਦਿੱਤੀਆਂ ਹੋਈਆਂ ਨੇ ਕਿ ਕਿਵੇਂ ਕਿਵੇਂ ਨਹੀਂ ਹੋ ਸਕਦਾ। ਜੇ ਕੋਈ ਆਪਣੀ ਮਰਜ਼ੀ ਨਾਲ ਕਰ ਰਿਹਾ ਕਰ ਸਕਦਾ ਹੈ, ਪਰ ਇਹਨਾਂ ਨੇ ਦੱਸਿਆ ਹੋਇਆ ਕਿ ਤੁਸੀਂ ਕਿਸੇ ਨੂੰ ਧੱਕੇ ਦੇ ਨਾਲ ਇਸ ਵਪਾਰ ਦੇ ਵਿੱਚ ਪਾ ਨਹੀਂ ਸਕਦੇ, ਕਿੱਥੇ ਤੁਸੀਂ ਨਹੀਂ ਕਰ ਸਕਦੇ, ਕਿੱਥੇ ਤੁਸੀਂ ਬ੍ਰੋਥਲ ਖੋਲ ਨਹੀਂ ਸਕਦੇ। ਸੋ ਬ੍ਰੋਥਲ ਤੇ ਪ੍ਰੋਸਟੀਟਿਊਸ਼ਨ ਦਾ ਮੀਨਿੰਗ ਇਸ ਐਕਟ ਦੇ ਵਿੱਚ ਦੱਸਿਆ ਹੋਇਆ ਹੈ। ਜਿਹੜੀ ਡੈਫੀਨੇਸ਼ਨ ਨੇ ਸੈਕਸ਼ਨ 2A 2F, ਇਹ ਐਜ਼ ਇਟ ਇਜ਼ ਤੁਹਾਨੂੰ ਸੈਕਸ਼ਨ ਨੰਬਰ ਯਾਦ ਹੋਣੇ ਚਾਹੀਦੇ ਨੇ ਤੇ ਬਹੁਤ ਇੰਪੋਰਟੈਂਟ ਹੈ। ਸੋ ਬ੍ਰੋਥਲ ਕੋਠਾ ਕੀ ਹੁੰਦਾ, ਕੋਈ ਵੀ ਹਾਊਸ ਜਾਂ ਕਿਸੇ ਘਰ ਦਾ ਹਿੱਸਾ, ਕੋਈ ਕਮਰਾ ਜਾਂ ਕੋਈ ਕਮਰੇ ਦਾ ਹਿੱਸਾ, ਕੋਈ ਕਨਵੇਅੰਸ ਕੋਈ ਪੋਰਸ਼ਨ ਕਿਸੇ ਐਵੇਂ ਦੀ ਬਿਲਡਿੰਗ ਦਾ, ਕੋਈ ਵੀ ਹੋਰ ਜਗ੍ਹਾ ਜਿਹਨੂੰ ਸੈਕਸ਼ੂਅਲ ਐਕਸਪਲੋਇਟੇਸ਼ਨ ਲਈ ਯੂਜ਼ ਕੀਤਾ ਜਾ ਰਿਹਾ ਹੋਵੇ, ਕਿਸੇ ਹੋਰ ਪਰਸਨ ਨੂੰ ਧੱਕੇ ਦੇ ਨਾਲ ਉਸ ਵਪਾਰ 'ਚ ਪਾ ਕੇ ਪ੍ਰੋਫਿਟ ਲਿਆ ਜਾ ਰਿਹਾ ਹੋਵੇ, 2 ਜਾਂ 2 ਤੋਂ ਜ਼ਿਆਦਾ ਪ੍ਰੋਸਟੀਟਿਊਟ ਆਪਸ ਦੇ ਵਿੱਚ ਮਿਊਚੁਅਲ ਗੇਨ ਲਈ ਕਰ ਰਹੇ ਹੋਣ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੇਨਲੀ ਇਹਦਾ ਮਕਸਦ ਹੈ ਕਿ ਪੈਸੇ ਦੇ ਲਈ, ਕਮਰਸ਼ੀਅਲ ਐਕਸਪਲੋਇਟੇਸ਼ਨ ਦੇ ਲਈ, ਸੇਲ ਪਰਚੇਜ਼ ਦੇ ਲਈ ਤੁਸੀਂ ਕਿਸੇ ਦੀ ਬਾਡੀ ਨੂੰ ਇਸ ਤਰੀਕੇ ਦੇ ਕੰਮ ਦੇ ਵਿੱਚ ਨਹੀਂ ਲੈ ਕੇ ਆ ਸਕਦੇ। ਸੋ ਬ੍ਰੋਥਲ ਕੀ ਹੁੰਦਾ, ਕੋਈ ਵੀ ਜਗ੍ਹਾ ਤੇ ਜਿੱਥੇ ਐਵੇਂ ਦਾ ਕੰਮ ਹੋ ਰਿਹਾ। ਸੋ
ਕਿਸੇ ਵੀ ਪਰਸਨ ਨੂੰ ਪ੍ਰੋਸਟੀਟਿਊਟ ਕਿਵੇਂ ਕਿਹਾ ਜਾਂਦਾ ਹੈ? ਸੋ ਪ੍ਰੋਸਟੀਟਿਊਟ ਦਾ ਮਤਲਬ ਕਿ ਜੋ ਕਮਰਸ਼ੀਅਲ ਪਰਪਸ ਦੇ ਲਈ, ਪ੍ਰੋਫਿਟ ਦੇ ਲਈ, ਗੇਨ ਦੇ ਲਈ ਅਬਿਊਜ਼ ਕਰ ਰਿਹਾ, ਸੈਕਸ਼ੂਅਲੀ ਐਕਸਪਲੋਇਟ ਕਰ ਰਿਹਾ ਕਿਸੇ ਪਰਸਨ ਨੂੰ। ਸੋ ਇਹ ਸਾਰਾ ਜਿਹੜਾ ਵਪਾਰ ਹੈ ਉਹਨੂੰ ਆਪਾਂ ਕਹਿੰਦੇ ਆ ਪ੍ਰੋਸਟੀਟਿਊਸ਼ਨ। occurrence of exploitation, abuse of a person for sex, such a person engaging in this activity does it for commercial gain। ਸੋ ਇਹ ਜਿਹੜੇ ਦੋ ਮੇਨ ਕੈਰੈਕਟਰਿਸਟਿਕ ਫੀਚਰ ਨੇ ਜਿਹੜੇ ਕਿ ਹੋਣੇ ਚਾਹੀਦੇ ਨੇ, ਦੋਨੋਂ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਫਿਰ ਪੁਲਿਸ ਨੂੰ ਇਹਦੇ ਅੰਦਰ ਕੁਝ ਸਪੈਸ਼ਲ ਪਾਵਰ ਦਿੱਤੀਆਂ ਹੋਈਆਂ ਨੇ ਕਿ ਜਿੱਥੇ ਕੋਈ ਗਲਤ ਤਰੀਕੇ ਨਾਲ ਹੋ ਰਿਹਾ ਹੈ ਰੋਕ ਸਕਦੇ ਨੇ, ਉਹਨੂੰ ਬੰਦ ਕਰ ਸਕਦੇ ਨੇ, ਐਕਸ਼ਨ ਲਿਆ ਜਾ ਸਕਦਾ ਹੈ। ਸੋ ਐਸਪੀਓ ਨੂੰ ਪਾਵਰ ਦਿੱਤੀ ਹੋਈ ਹੈ ਕਿ ਕਿਸੇ ਵੀ ਪ੍ਰਮਾਈਸਿਸ ਨੂੰ ਵਾਰੰਟ ਤੋਂ ਬਿਨਾਂ ਵੀ ਸਰਚ ਕਰ ਸਕਦੇ ਜੋ ਉਹਨਾਂ ਨੂੰ ਸ਼ੱਕ ਹੈ ਕਿ ਉੱਥੇ ਇਸ ਤਰੀਕੇ ਦਾ ਕੋਈ ਕੰਮ ਚੱਲ ਰਿਹਾ। ਸੈਕਸ਼ਨ 15 ਪਾਵਰ ਦਿੰਦਾ ਹੈ। ਸੋ ਇਨਵੈਸਟੀਗੇਟਿਵ ਏਜੰਸੀ ਨੂੰ 15(1) ਤੇ 15(2) ਹੈ ਜਿਹੜੀ, ਇਹ ਜਿਹੜੇ ਸੈਕਸ਼ਨ ਨੇ ਇਹਦੇ ਅੰਦਰ ਇੰਟੈਰੋਗੇਸ਼ਨ ਦੀ ਪਾਵਰ ਹੈ। ਸੈਕਸ਼ਨ 2C ਮੈਜਿਸਟ੍ਰੇਟ ਦੱਸਦਾ ਵੀ ਕੌਣ ਹੁੰਦਾ ਹੈ। ਸੋ ਜਿਹੜਾ ਸਕੇਡਿਊਲ ਦੇ ਸੈਕੰਡ ਕਾਲਮ ਦੇ ਵਿੱਚ ਦੱਸਿਆ ਹੋਇਆ ਉਹ ਮੈਜਿਸਟ੍ਰੇਟ ਹੋਊਗਾ। ਸੈਕਸ਼ਨ 2C ਦੇ ਵਿੱਚ ਮੈਜਿਸਟ੍ਰੇਟ ਦੀ ਡੈਫੀਨੇਸ਼ਨ ਹੈ। ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਉਹ ਆਪਣੀ ਜਗ੍ਹਾ ਤੇ ਕਿਸੇ ਹੋਰ ਪਰਸਨ ਨੂੰ ਵੀ ਇਹਦੇ ਅੰਦਰ ਲਗਾ ਸਕਦੇ ਨੇ ਕਿ ਉਹ ਇਨਵੈਸਟੀਗੇਸ਼ਨ ਵਗੈਰਾ ਕਰ ਸਕਣ। ਸੈਕਸ਼ਨ 13(2) ਇਸ ਚੀਜ਼ ਦੀ ਪਾਵਰ ਦਿੰਦਾ ਹੈ। ਜੇ ਕਿਸੇ ਨੂੰ ਉੱਥੋਂ ਰੈਸਕਿਊ ਕੀਤਾ ਜਾ ਰਿਹਾ ਕਿਸੇ ਵੀ ਐਵੇਂ ਦੀ ਜਗ੍ਹਾ ਤੋਂ, ਤਾਂ ਪਰਸਨ ਨੂੰ ਜੇ ਉਹਨੂੰ ਨੀਡ ਹੈ ਕੇਅਰ ਪ੍ਰੋਟੈਕਸ਼ਨ ਦੀ ਤਾਂ ਉਹਨੂੰ ਉਹ ਵੀ ਪ੍ਰੋਵਾਈਡ ਕਰਵਾਈ ਜਾਊਗੀ। ਡਿਟੈਂਸ਼ਨ ਦੇ ਵਿੱਚ ਭੇਜਿਆ ਜਾ ਸਕਦਾ ਪ੍ਰੋਟੈਕਟਿਵ ਹੋਮ ਦੇ 1 ਤੋਂ ਲੈ ਕੇ 3 ਸਾਲ ਤੱਕ। ਸੋ ਸੋਸ਼ਲ ਵਰਕਰਸ ਦੀ ਇਹਦੇ ਵਿੱਚ ਮਦਦ ਲਿੱਤੀ ਜਾ ਸਕਦੀ ਹੈ ਸੈਕਸ਼ਨ 17(2) ਦੇ ਅਨੁਸਾਰ। ਸੋ ਕੁਝ ਇੰਪੋਰਟੈਂਟ ਕੇਸ ਲਾਜ਼ ਨੇ ਜਿਹੜੇ ਕਿ ਇਸ ਐਕਟ ਦੇ ਨਾਲ ਰਿਲੇਟਡ ਨੇ। ਸੋ ਪਹਿਲਾ ਹੈ ਸਹਿਯੋਗ ਮਹਿਲਾ ਮੰਡਲ ਐਂਡ ਅਦਰ ਵਰਸਸ ਸਟੇਟ ਆਫ ਗੁਜਰਾਤ ਐਂਡ ਅਦਰ। ਸੋ ਇਸ ਕੇਸ ਦੇ ਵਿੱਚ ਕਿਹਾ ਸੀ ਕਿ ਹਰ ਮਹਿਲਾ ਕੁੜੀ ਜਿਹੜੀ ਕਿਸੇ ਬਰੋਥਲ 'ਚ ਰਹਿ ਰਹੀ ਹੈ ਜਾਂ ਐਵੇਂ ਦਾ ਕੋਈ ਕੰਮ ਹੋ ਰਿਹਾ ਤੇ ਜਿਹਨੂੰ ਉੱਥੋਂ ਬਚਾਇਆ ਜਾ ਰਿਹਾ, ਸੋ ਉਹਨੂੰ ਬਚਾ ਕੇ ਸੈਕਸ਼ਨ 16(1) ਦੇ ਅਨੁਸਾਰ 16(2) ਦੇ ਅੰਡਰ ਮੈਜਿਸਟ੍ਰੇਟ ਦੇ ਕੋਲ ਪੇਸ਼ ਕੀਤਾ ਜਾਊਗਾ। ਤੇ ਫਿਰ ਮੈਜਿਸਟ੍ਰੇਟ ਸੈਕਸ਼ਨ 17 ਦੇ ਅਲੱਗ-ਅਲੱਗ ਪ੍ਰੋਵੀਜ਼ਨ ਦੇ ਮੁਤਾਬਿਕ ਜਿਵੇਂ ਦੀ ਵੀ ਜ਼ਰੂਰਤ ਉਸ ਕੁੜੀ ਜਾਂ ਮਹਿਲਾ ਨੂੰ ਹੈ ਉਸ ਤਰੀਕੇ ਦੀ ਜ਼ਰੂਰਤ ਪ੍ਰੋਵਾਈਡ ਕਰਵਾਓ, ਸੇਫ ਕਸਟਡੀ ਤੇ ਰਿਹੈਬਿਲਿਟੇਸ਼ਨ। ਅਗਲਾ ਇੰਪੋਰਟੈਂਟ ਕੇਸ ਹੈ ਸੰਗੀਤਾ ਐਂਡ ਅਦਰ ਵਰਸਸ ਸਟੇਟ। ਹੁਣ ਪੇਪਰਸ ਨੂੰ ਡਾਇਰੈਕਟਲੀ ਆ ਸਕਦਾ ਹੈ ਕਿ ਕੇਸ ਕਿਸ ਚੀਜ਼ ਨਾਲ ਰਿਲੇਟਡ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੀਟਾ ਐਕਟ, ਇਮੋਰਲ ਟ੍ਰੈਫਿਕਿੰਗ ਐਕਟ ਜਾਂ ਫਿਰ ਪ੍ਰੋਸਟੀਟਿਊਸ਼ਨ, ਕੋਈ ਵੀ ਉੱਥੇ ਤੁਹਾਨੂੰ ਟਰਮੀਨੋਲੋਜੀ ਆ ਸਕਦੀ ਹੈ, ਕੋਈ ਵੀ ਵਰਡ ਆ ਸਕਦਾ ਹੈ। ਸੋ ਇਹਦੇ ਵਿੱਚ ਵੀ ਮੈਜਿਸਟ੍ਰੇਟ ਦੀ ਪਾਵਰ ਦੱਸੀ ਹੋਈ ਹੈ। ਪ੍ਰੇਰਨਾ ਵਰਸਸ ਸਟੇਟ ਆਫ ਮਹਾਰਾਸ਼ਟਰ, ਇਹਦੇ ਵਿੱਚ ਅਗੇਨ ਮੈਜਿਸਟ੍ਰੇਟ ਦੀ ਪਾਵਰ ਦੱਸੀ ਹੋਈ ਹੈ। ਅਭਿਜੀਤ ਵਿਸ਼ਵਾਸ, ਇਹ ਬਹੁਤ ਇੰਪੋਰਟੈਂਟ ਕੇਸ ਹੈ, ਕਾਫੀ ਫੇਮਸ ਹੋਇਆ ਸੀ। ਸੋ ਇਹਦੇ ਵਿੱਚ ਦੱਸਿਆ ਹੋਇਆ ਸੀ ਕਿ ਸੈਕਸ਼ਨ 20 IT ਐਕਟ ਦੇ ਅੰਡਰ ਵੀ ਕਿਸੇ ਨੂੰ ਡਿਜੀਟਲੀ ਪਤਾ ਲੱਗ ਰਿਹਾ ਕਿਤੇ ਇਸ ਤਰੀਕੇ ਦਾ ਕੋਈ ਕੰਮ ਹੋ ਰਿਹਾ ਤਾਂ ਉਹਦੇ ਅੰਡਰ ਵੀ ਸੇਮ ਐਗਜ਼ੈਕਟਿਵ ਮੈਜਿਸਟ੍ਰੇਟ ਨੇ ਜਿਨ੍ਹਾਂ ਨੂੰ ਸਟੇਟ ਗਵਰਨਮੈਂਟ ਇੱਦਾਂ ਦੀ ਪਾਵਰ ਦਿੱਤੀ ਹੈ, ਪ੍ਰੋਸਟੀਟਿਊਟ ਨੂੰ ਕਿਸੇ ਵੀ ਐਵੇਂ ਦੀ ਜਗ੍ਹਾ ਤੋਂ ਬਚਾ ਸਕਦੇ ਆ। State of UP versus Kausalya, Section V, in order to prevent moral decadence in a busy locality, seeks to restrict the movement of second category of prostitute, deport such of them as peculiar method of their operation in any area may demand। ਜਿੱਥੇ ਵੀ ਲੱਗਦਾ ਕਿ ਵਧੀਆ ਕੋਈ ਲੋਕੈਲਿਟੀ ਆ, ਨਾਰਮਲ ਲੋਕ ਰਹਿ ਰਹੇ ਨੇ, ਸੋ ਉੱਥੇ ਜੇ ਜ਼ਰੂਰਤ ਪੈਂਦੀ ਹੈ ਤੇ ਸੈਕਸ਼ਨ 20 ਦੇ ਅਨੁਸਾਰ ਬਿਜ਼ੀ ਲੋਕੈਲਿਟੀ 'ਚੋਂ ਮੂਵਮੈਂਟ ਵਗੈਰਾ ਰਿਸਟ੍ਰਿਕਟ ਕੀਤੀ ਜਾ ਸਕਦੀ ਹੈ ਪ੍ਰੋਸਟੀਟਿਊਟ ਦੀ, ਜਾਂ ਜੇ ਲੱਗੇ ਤਾਂ ਹਟਾਇਆ ਵੀ ਜਾ ਸਕਦਾ ਪਰਮਾਨੈਂਟਲੀ। ਸੋ ਪਨਿਸ਼ਮੈਂਟਸ ਦੀ ਹੁਣ ਗੱਲ ਆਉਂਦੀ ਹੈ। ਸੋ ਪਨਿਸ਼ਮੈਂਟਸ ਅਲੱਗ-ਅਲੱਗ ਨੇ, ਅਲੱਗ-ਅਲੱਗ ਤਰੀਕੇ ਦੇ ਅਪਰਾਧਾਂ ਦੇ ਲਈ। ਜਿਵੇਂ ਸਿਰਫ ਜੇ ਕੋਈ ਬਰੋਥਲ ਖੋਲ ਰਿਹਾ ਹੈ ਤਾਂ ਉਹਨੂੰ ਕੀ ਸਜ਼ਾ ਹੈ, ਜਾਂ ਜੇ ਕੋਈ ਰਿਪੀਟ ਕਰ ਰਿਹਾ offense ਤਾਂ ਕੀ ਸਜ਼ਾ ਹੈ। ਸੋ ਸੈਕਸ਼ਨ 3 ਤੋਂ 9, 11, 18, 20, 21। ਸੋ ਆਈ ਨੋ ਕਿ ਸੈਕਸ਼ਨ ਯਾਦ ਕਰਨੇ ਡਿਫਿਕਲਟ ਨੇ, ਪਰ ਪੇਪਰ ਦੇ ਲਈ ਡੈਫੀਨੇਸ਼ਨ ਦਾ ਸੈਕਸ਼ਨ ਤੇ ਪਨਿਸ਼ਮੈਂਟ ਦਾ, ਇਹ ਦੋ ਸੈਕਸ਼ਨ ਤੁਹਾਨੂੰ ਰੱਟੇ ਲੱਗੇ ਹੋਣੇ ਚਾਹੀਦੇ ਨੇ, ਚਾਹੇ ਤੁਸੀਂ ਲਿਖ ਕੇ ਦੇਖੋ, ਜਿਵੇਂ ਮਰਜ਼ੀ 2-3 ਵਾਰੀ ਪੜ੍ਹੋ। ਸੋ ਇਹ ਸੈਕਸ਼ਨ ਆਪਾਂ ਮਿਸ ਨਹੀਂ ਕਰ ਸਕਦੇ। ਸੈਕਸ਼ਨ 3 ਹੈ ਜਿਹੜਾ ਇਸ ਐਕਟ ਦਾ, ਉਹ ਪਨਿਸ਼ ਕਰਦਾ ਹੈ ਕਿਸੇ ਵੀ ਪਰਸਨ ਨੂੰ ਰਿਗਰਸ ਇੰਪ੍ਰਿਜ਼ਨਮੈਂਟ ਦੇ ਨਾਲ। ਸੋ ਸਿੰਪਲ ਤੇ ਰਿਗਰਸ ਦੇ ਵਿੱਚ ਕੀ ਫਰਕ ਹੁੰਦਾ? ਸਿੰਪਲ ਇੰਪ੍ਰਿਜ਼ਨਮੈਂਟ ਤੁਹਾਨੂੰ ਨਾਰਮਲ ਜੇਲ੍ਹ ਹੋਗੀ, ਰਿਗਰਸ ਦਾ ਮਤਲਬ ਹੈ ਕਿ ਤੁਹਾਨੂੰ ਉੱਥੇ ਕੰਮ ਕਰਵਾਇਆ ਜਾ ਰਿਹਾ ਜੇਲ੍ਹ ਦੇ ਅੰਦਰ। ਹੂ ਕੀਪਸ ਔਰ ਅਲਾਉਸ, ਮਤਲਬ ਤੁਹਾਨੂੰ ਇੱਕ ਤਰੀਕੇ ਦੀ ਫਿਜ਼ੀਕਲ ਸਜ਼ਾ ਵੀ ਦਿੱਤੀ ਜਾ ਰਹੀ ਹੈ ਕੰਮ ਦੇ ਥਰੂ। ਹੂ ਕੀਪਸ ਔਰ ਅਲਾਉਡ ਪ੍ਰਮਾਈਸਿਸ ਟੂ ਬੀ ਯੂਜ਼ਡ ਐਜ਼ ਬਰੋਥਲ, ਜੇ ਕੋਈ ਵੀ ਇੱਦਾਂ ਦਾ ਬਰੋਥਲ, ਕਿਸੇ ਨੇ ਕੋਈ ਕੋਠਾ ਖੋਲ੍ਹਿਆ ਹੋਇਆ, ਬਰੋਥਲ ਖੋਲ੍ਹਿਆ ਹੋਇਆ, ਤਾਂ ਉਹਨੂੰ ਸਜ਼ਾ ਹੋਊਗੀ 1 ਤੋਂ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ, ਫਾਈਨ 2000 ਦਾ ਪਹਿਲੀ ਵਾਰੀ ਜੇ ਫੜਿਆ ਗਿਆ, ਦੁਬਾਰਾ ਤੋਂ ਰਿਪੀਟ ਕਰਦਾ ਹੋਇਆ offense ਕੋਈ ਬੰਦਾ ਫੜਿਆ ਗਿਆ, ਸਬਸੀਕੁਐਂਟ ਕਨਵਿਕਸ਼ਨ ਹੈ, ਤਾਂ ਪਹਿਲਾਂ 1 ਤੋਂ 3 ਸੀ, ਫਿਰ 2 ਤੋਂ 5 ਸਾਲ ਦੀ ਸਜ਼ਾ, ਮਤਲਬ ਘੱਟੋ ਘੱਟ 2 ਸਾਲ ਦੀ ਤਾਂ ਹੋਊਗੀ।
ਤੇ ਫਾਈਨ ਸੇਮ ਰਹੂਗਾ 2000 ਰੁਪਏ। ਸੈਕਸ਼ਨ 4 ਦੇ ਅਨੁਸਾਰ ਜੇ ਕੋਈ ਕਿਸੇ ਤੋਂ ਦੇਹ ਵਪਾਰ ਦਾ ਧੰਦਾ ਕਰਵਾ ਰਿਹਾ ਤੇ ਉਹਦੀ ਕਮਾਈ ਦੇ ਨਾਲ ਜੀ ਰਿਹਾ, ਜਿਵੇਂ ਕਈ ਵਾਰੀ ਕੋਈ ਹਸਬੈਂਡ ਆਪਣੀ ਵਾਈਫ ਧੱਕੇ ਨਾਲ ਕਰਵਾਉਂਦੇ ਨੇ ਬਿਨਾਂ ਵਾਈਫ ਦੀ ਮਰਜ਼ੀ ਤੋਂ, ਸੋ ਸੈਕਸ਼ਨ 4 ਦੇ ਅਨੁਸਾਰ 2 ਸਾਲ ਦੀ ਸਜ਼ਾ, 1000 ਰੁਪਏ ਦਾ ਫਾਈਨ ਜਾਂ ਫਿਰ ਦੋਨੋਂ ਚੀਜ਼ਾਂ। ਤੇ ਜੇ ਕਿਸੇ ਬੱਚੇ ਨਾਲ ਹੋ ਰਿਹਾ 18 ਸਾਲ ਤੋਂ ਨੀਚੇ ਦੇ, ਤਾਂ ਉੱਥੇ ਜਿਹੜੀ ਸਜ਼ਾ ਹੈ ਉਹ ਘੱਟੋ ਘੱਟ 7 ਸਾਲ 10 ਸਾਲ ਤੱਕ ਹੋ ਸਕਦੀ ਹੈ, 7 ਤੋਂ 10 ਸਾਲ ਤੱਕ ਦੀ। ਦੈਨ ਕੇਸ ਹੈ ਬਿੰਦੂ ਗਣੇਸ਼ ਪਟੇਲ ਵਰਸਸ ਸਟੇਟ ਆਫ ਮਹਾਰਾਸ਼ਟਰ। ਸੈਕਸ਼ਨ 5 ਦੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਸੈਕਸ਼ਨ 5 ਦੇ ਵਿੱਚ ਮਤਲਬ ਕੀ ਹੈ, ਪ੍ਰੋਸਟੀਟਿਊਸ਼ਨ ਹੁੰਦਾ ਕੀ ਹੈ, ਇਹ ਅਪਰਾਧ ਹੁੰਦਾ ਕੀ ਹੈ। ਤੇ ਇਹਦੇ ਵਿੱਚ ਕੀ ਹੈ ਕਿ ਜੇ ਕੋਈ ਪ੍ਰੋਸਟੀਟਿਊਸ਼ਨ ਦੇ ਲਈ ਕਿਸੇ ਨੂੰ ਉਕਸਾ ਰਿਹਾ, ਕਿਸੇ ਨੂੰ ਕਿਸੇ ਚੀਜ਼ ਦਾ ਲਾਲਚ ਦਿੱਤਾ, ਜਿਵੇਂ ਮੋਸਟਲੀ ਕੁੜੀਆਂ ਨੂੰ ਲਾਲਚ ਦੇ ਦਿੰਦੇ ਨੇ ਕਿ ਤੁਹਾਨੂੰ ਅਸੀਂ ਮੁੰਬਈ ਲੈ ਕੇ ਜਾ ਰਹੇ ਹਾਂ, ਕੋਈ ਵੀ ਘਰਾਂ ਤੋਂ ਦੂਰ ਰਿਮੋਟ ਏਰੀਆਜ਼ ਤੋਂ, ਕਿ ਉੱਥੇ ਤੁਹਾਨੂੰ ਕੰਮ ਕਰਵਾਵਾਂਗੇ। ਸੋ ਜਿਹੜੇ ਕੋਈ ਇੱਦਾਂ ਦਾ ਚੀਜ਼ ਕਰਦੇ ਨੇ, ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੁੜੀ ਮਰਜ਼ੀ ਤੋਂ ਬਿਨਾਂ ਗਈ ਹੈ। ਸੋ ਆਪਣੀ ਮਰਜ਼ੀ ਦੇ ਨਾਲ ਗਈ ਹੈ, ਬਟ ਉਹਨੂੰ ਇਹ ਨਹੀਂ ਸੀ ਪਤਾ ਕਿ ਉਹਨੂੰ ਕੰਮ ਕੀ ਕਰਵਾਇਆ ਜਾ ਰਿਹਾ। ਸੋ ਉੱਥੇ ਉਸ ਸਿਨੈਰੀਓ ਦੇ ਵਿੱਚ ਜਿਹੜਾ ਕੇਸ ਹੈ, ਜਿਵੇਂ ਕਿਡਨੈਪਿੰਗ ਵਗੈਰਾ ਦਾ ਕੇਸ ਨਹੀਂ ਬਣੂਗਾ, ਉੱਥੇ ਕੇਸ ਬਣੂਗਾ ਸੈਕਸ਼ਨ 5 ਦਾ, ਤੇ 3 ਤੋਂ 7 ਸਾਲ ਤੱਕ ਦੀ ਸਜ਼ਾ ਹੋਊਗੀ, 2000 ਦਾ ਫਾਈਨ। ਤੇ ਜੇ ਮਾਈਨਰ ਦੇ ਨਾਲ ਹੋਇਆ, 18 ਸਾਲ ਤੋਂ ਛੋਟੀ ਹੈ ਤੇ ਪਰਸਨ ਦੀ ਮਰਜ਼ੀ ਨਹੀਂ ਹੈ, ਤਾਂ 18 ਸਾਲ ਤੋਂ ਛੋਟੀ ਆਪਾਂ ਮਰਜ਼ੀ ਨੂੰ ਮਰਜ਼ੀ ਵੈਸੇ ਵੀ ਨਹੀਂ ਮੰਨਦੇ। ਜਦੋਂ ਆਪਾਂ ਰੇਪ ਕੇਸ ਵੀ ਪੜ੍ਹਦੇ ਹਾਂ, ਤਾਂ ਜੇ 18 ਸਾਲ ਤੋਂ ਛੋਟਾ ਹੈ ਕੋਈ, ਤਾਂ ਉਹਦੀ ਕੰਸੈਂਟ ਨੂੰ ਆਪਾਂ ਮੰਨਦੇ ਨਹੀਂ, ਕਿਉਂਕਿ ਉਹ ਕੰਸੈਂਟ ਦੇਣ ਲਈ ਇੱਕ ਲੀਗਲ ਏਜ ਦੇ ਵਿੱਚ ਨਹੀਂ ਆਉਂਦਾ। ਸੋ ਜੇ ਕਿਸੇ ਨੇ ਵੀ ਕੰਸੈਂਟ ਦੇਣੀ ਹੈ ਕਿਸੇ ਚੀਜ਼ ਨੂੰ ਲੈ ਕੇ, ਤਾਂ ਆਪਾਂ ਮੰਨਦੇ ਹਾਂ ਕਿ 18 ਸਾਲ ਤੋਂ ਉੱਪਰ ਹੋਣਾ ਚਾਹੀਦਾ, ਮੇਜਰ ਹੋਣਾ ਚਾਹੀਦਾ, ਅਦਰਵਾਈਜ਼ ਉਹਦੇ ਪੇਰੈਂਟਸ ਗਾਰਡੀਅਨ ਦੀ ਜਿਹੜੀ ਕੰਸੈਂਟ ਹੈ ਉਹ ਚਾਹੀਦੀ ਹੁੰਦੀ ਹੈ। So if it is done against person's will or is minor, then between 7 to 14 years, so ਇਹਦੀ ਸਜ਼ਾ ਵੱਧ ਜਾਊਗੀ 7 ਤੋਂ 14 ਸਾਲ ਤੱਕ ਦੀ। ਸੋ ਇਸੇ ਤਰੀਕੇ ਨਾਲ ਤੁਸੀਂ ਪੜ੍ਹ ਸਕਦੇ ਹੋ, ਸਿੰਪਲ ਅਲੱਗ-ਅਲੱਗ ਸੈਕਸ਼ਨ ਦੇ ਵਿੱਚ ਪਨਿਸ਼ਮੈਂਟ ਮੈਂਸ਼ਨਡ ਹੈ। ਸੋ ਇਹਦੇ ਅੰਦਰ ਜਿਹੜੇ ਐਕਟ ਦੇ ਵਿੱਚ ਹੀ ਸੈਕਸ਼ਨ 21 ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਪ੍ਰੋਟੈਕਟਿਵ ਹੋਮ ਤੇ ਕਰੈਕਟਿਵ ਇੰਸਟੀਟਿਊਸ਼ਨਸ ਬਾਰੇ। ਸੋ ਇਹਨਾਂ ਨੂੰ ਲਾਇਸੈਂਸ ਮਿਲਿਆ ਹੋਇਆ ਹੁੰਦਾ ਹੈ। ਸੋ ਇੱਥੋਂ ਬਚਾ ਕੇ, ਬ੍ਰੋਥਲਸ ਤੋਂ ਬਚਾ ਕੇ ਜਿਹੜੇ ਵੀ ਬੰਦੇ ਦੇਹ ਵਪਾਰ ਦਾ ਸ਼ਿਕਾਰ ਹੁੰਦੇ ਨੇ ਇਲੀਗਲ ਤਰੀਕੇ ਦੇ ਨਾਲ, ਸੋ ਉਹਨਾਂ ਨੂੰ ਉੱਥੋਂ ਬਚਾ ਕੇ ਮੈਜਿਸਟ੍ਰੇਟ ਫਿਰ ਪ੍ਰੋਟੈਕਟਿਵ ਹੋਮਸ ਦੇ ਵਿੱਚ ਭੇਜਦੇ ਨੇ, ਜਿੱਥੇ ਉਹਨਾਂ ਦੀ ਕੇਅਰ ਤੇ ਪ੍ਰੋਟੈਕਸ਼ਨ ਦਾ ਧਿਆਨ ਰੱਖਿਆ ਜਾਂਦਾ ਹੈ। ਤੇ ਇਹ ਜਿਹੜੇ ਪ੍ਰੋਟੈਕਟਿਵ ਹੋਮਸ ਨੇ ਇਹ ਲਾਇਸੈਂਸਡ ਹੁੰਦੇ ਨੇ, ਤੇ ਇਹਨਾਂ ਨੂੰ ਲਾਇਸੈਂਸ ਸੈਕਸ਼ਨ 21 ਦੇ ਅੰਦਰ ਮਿਲਦਾ ਹੈ। ਸਟੇਟ ਸਰਕਾਰ ਤਿਆਰ ਕਰਦੀ ਹੈ, ਸਟੇਟ ਸਰਕਾਰ ਦੀ ਮਰਜ਼ੀ ਦੇ ਨਾਲ ਹੁੰਦੇ ਨੇ। ਸੋ 2006 ਦੇ ਵਿੱਚ ਬਹੁਤ ਸਾਰੀਆਂ ਅਮੈਂਡਮੈਂਟਸ ਕਰਨ ਲਈ ਕਿਹਾ ਸੀ 1956 ਵਾਲੇ ਪੀਟ ਐਕਟ ਦੇ ਵਿੱਚ, ਪਰ ਹਜੇ ਤੱਕ ਉਹ ਅਮੈਂਡਮੈਂਟਸ ਨੇ ਜਿਹੜੀਆਂ ਐਕਸੈਪਟ ਨਹੀਂ ਹੋਈਆਂ। ਨੈਕਸਟ ਆਉਂਦਾ ਘਰੇਲੂ ਹਿੰਸਾ ਵਾਲਾ ਐਕਟ, ਬਹੁਤ ਇੰਪੋਰਟੈਂਟ ਹੈ। 100% ਇਹਦੇ ਚੋਂ ਪੇਪਰ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ। ਸੋ ਪ੍ਰੋਟੈਕਸ਼ਨ ਆਫ ਵਿਮਨ ਫਰੋਮ ਡੋਮੈਸਟਿਕ ਵਾਇਲੈਂਸ ਐਕਟ 2005 ਦਾ। ਸੋ ਭਾਰਤ ਦੀ ਜਿਹੜੀ ਸੋਸਾਇਟੀ ਹੈ ਸ਼ੁਰੂ ਤੋਂ ਪੈਟਰੀਆਰਕਲ ਮੰਨੀ ਗਈ ਹੈ। ਇਹ ਮੰਨਿਆ ਗਿਆ ਕਿ ਕੁੜੀਆਂ ਉੱਤੇ ਬੰਦਿਆਂ ਦਾ ਹਮੇਸ਼ਾ ਦਬਾਅ ਰਿਹਾ, ਪਰ ਆਪਾਂ ਨੂੰ ਪਤਾ ਕਿ ਅੱਜ ਦੇ ਸਿਨੈਰੀਓ ਵਿੱਚ ਆਪਾਂ ਕਿੰਨੇ ਸਾਰੇ ਕੇਸਿਸ ਦੇਖਦੇ ਹਾਂ। ਸੋ ਰੀਸੈਂਟਲੀ ਆਪਾਂ ਨੇ ਅਤੁਲ ਸਿਨਹਾ ਦਾ ਕੇਸ ਦੇਖਿਆ। ਸੋ ਅੱਜ ਕੱਲ੍ਹ ਇਹ ਚੀਜ਼ ਨਹੀਂ ਰਹੀ ਹੈ, ਵਾਇਲੈਂਸ ਕਿਸੇ ਨਾਲ ਵੀ ਹੋ ਸਕਦੀ ਹੈ। ਇਸੇ ਲਈ ਇਸ ਟਾਈਪ ਦੇ ਜਿਹੜੇ ਐਕਟ ਨੇ, ਹੁਣ ਇਹਨਾਂ ਨੂੰ ਜੈਂਡਰ ਨਿਊਟਰਲ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਸੋਸਾਇਟੀ ਪਿਛਲੇ 20 ਸਾਲਾਂ ਦੇ ਵਿੱਚ ਦੇਖੀਏ ਤਾਂ ਬਹੁਤ ਚੇਂਜ ਹੋ ਚੁੱਕੀ ਹੈ। ਕੁੜੀਆਂ ਤੇ ਮੁੰਡਿਆਂ ਦਾ ਨਾ ਅਪਰਾਧ ਦੇ ਵਿੱਚ ਕੋਈ ਡਿਫਰੈਂਸ ਹੈ, ਨਾ ਹੀ ਇਸ ਟਾਈਪ ਦੇ ਕਿਸੇ ਚੀਜ਼ ਵਿੱਚ। ਸੋ ਵਿਕਟਿਮ ਵੀ ਦੋਨੋਂ ਹੋ ਸਕਦੇ ਨੇ, ਓਫੈਂਡਰ ਵੀ ਦੋਨੋਂ ਹੋ ਸਕਦੇ ਨੇ। ਸੋ ਜੈਂਡਰ ਵਾਲੀ ਜਿਹੜੀ ਚੀਜ਼ ਸੀ ਕਿ ਪਹਿਲਾਂ ਕੁੜੀਆਂ ਉੱਤੇ ਸਿਰਫ ਅਪਰਾਧ ਹੁੰਦੇ ਸੀ, ਕੁੜੀਆਂ ਨਾਲ ਹੀ ਗਲਤ ਹੁੰਦਾ ਸੀ, ਇਹ ਚੀਜ਼ਾਂ ਅੱਜ ਦੇ ਜ਼ਮਾਨੇ ਵਿੱਚ ਬਿਲਕੁਲ ਬਦਲ ਚੁੱਕੀਆਂ ਨੇ। ਸੋ ਸੋਸਾਇਟੀ ਦੀ ਨੀਡ ਨੂੰ ਦੇਖਦੇ ਹੋਏ, ਆਪਾਂ ਨੂੰ ਜੋ ਜ਼ਰੂਰਤ ਹੈ ਅੱਜ ਦੀ, ਜੋ ਮੇਨ ਕਾਲ ਹੈ, ਸੋ ਉਹਨੂੰ ਦੇਖਦੇ ਹੋਏ ਜਿੰਨੇ ਵੀ ਐਕਟ ਨੇ ਸਾਰਿਆਂ ਨੂੰ ਜੈਂਡਰ ਨਿਊਟਰਲ ਹੋਣ ਦੀ ਜ਼ਰੂਰਤ ਹੈ। ਬਟ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਆਪਾਂ ਨੂੰ ਦੇਖਣਾ ਪਊਗਾ। ਸੋ ਆਪਾਂ ਜੋ ਮੇਨ ਸੈਕਸ਼ਨਸ ਨੇ ਦੇਖਦੇ ਹਾਂ। ਪ੍ਰੋਟੈਕਸ਼ਨ ਆਫ ਵਿਮਨ ਫਰੋਮ ਡੋਮੈਸਟਿਕ ਵਾਇਲੈਂਸ ਐਕਟ 2005। ਮੇਨ ਇਹਦਾ ਮੀਨਿੰਗ ਕੀ ਹੈ, ਇੰਟੈਂਟ ਕੀ ਹੈ, ਆਬਜੈਕਟਿਵ। ਸੋ to minimize the cumbersome position of law, be it procedural, substantive, Protection of Women from Domestic Violence Act 2005 was enacted। ਸੋ ਜੋ ਵੀ ਮਹਿਲਾਵਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਸੀ, ਉਹਨਾਂ ਦੇ ਲਈ ਅਲੱਗ ਤੋਂ ਇੱਕ ਸਿੰਪਲੀਫਾਈਡ ਐਕਟ, ਕਿ ਉਹਨਾਂ ਨੂੰ ਜ਼ਿਆਦਾ ਕੋਈ ਕੰਪਲੈਕਸ ਕੰਬਰਸਮ ਚੀਜ਼ਾਂ ਦੇ ਵਿੱਚ ਨਾ ਜਾਣਾ ਪਵੇ। ਸੋ ਇੱਕ ਅਲੱਗ ਤੋਂ ਐਕਟ ਲਿਆਂਦਾ ਗਿਆ
ਤੇ ਜਿਹੜਾ ਐਕਟ ਹੈ ਇਹਦੇ ਨਾਲ ਇੱਕ ਇੰਪੋਰਟੈਂਟ ਰਿਲੇਟਡ ਸਿਵਲ ਲਾਅ ਦੇ ਨਾਲ ਰਿਲੇਟਡ ਪ੍ਰੋਟੈਕਸ਼ਨ ਆਫ ਵਿਮਨ ਰਾਈਟਸ ਨਾਲ ਰਿਲੇਟਡ ਇੱਕ ਐਕਟ ਵੀ ਹੈ ਇੱਕ ਲਾਅ ਇੱਕ ਕੇਸ ਵੀ ਹੈ ਇੰਦਰਾ ਸ਼ਰਮਾ ਵਰਸਸ ਵੀ ਸ਼ਰਮਾ। ਸੋ 2013 ਦਾ ਇਹ ਕੇਸ ਹੈ। ਸਿਰਫ ਤੁਸੀਂ ਐਗਜ਼ਾਮੀਨੇਸ਼ਨ ਦੇ ਲਈ ਦਾ ਨਾਮ ਯਾਦ ਰੱਖ ਸਕਦੇ ਹੋ ਕਿ ਡੋਮੈਸਟਿਕ ਵਾਇਲੈਂਸ ਨਾਲ ਰਿਲੇਟਡ ਹੈ। ਸੋ ਮੇਨ ਆਬਜੈਕਟਿਵ ਹੈ ਵਿਮਨ ਰਾਈਟਸ ਨੂੰ ਪ੍ਰੋਟੈਕਟ ਕਰਨਾ ਇੱਕ ਸਿੰਪਲੀਫਾਈਡ ਤਰੀਕੇ ਦੇ ਨਾਲ। ਸੋ ਜਿਹੜੇ ਮਹਿਲਾਵਾਂ ਦੇ ਅਧਿਕਾਰਾਂ ਦੀ ਆਪਾਂ ਗੱਲ ਕਰਦੇ ਹਾਂ ਸੰਵਿਧਾਨ ਨੇ ਪ੍ਰੋਟੈਕਟ ਕੀਤੇ ਨੇ, ਸੋ ਉਹਨਾਂ ਨੂੰ ਇੱਕ ਰਿਐਲਿਟੀ ਦੇ ਵਿੱਚ ਲੈ ਕੇ ਆਇਆ ਇਹ ਐਕਟ। ਸੋ ਉਸ ਤੋਂ ਬਾਅਦ ਕੁਝ ਹੋਰ ਵੀ ਅਲੱਗ-ਅਲੱਗ ਕੋਰਟਸ ਤੇ ਹਾਈ ਕੋਰਟਸ ਦੇ ਕੇਸਿਸ ਨੇ ਡੋਮੈਸਟਿਕ ਵਾਇਲੈਂਸ ਨਾਲ ਰਿਲੇਟਡ, ਜਿਵੇਂ ਵੰਦਨਾ ਵਰਸਸ ਟ੍ਰੀ ਸ਼੍ਰੀਕਾਂਤ ਐਕਟ ਹੈ। ਸੋ ਇਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜਾ ਡੋਮੈਸਟਿਕ ਵਾਇਲੈਂਸ ਐਕਟ ਹੈ ਇਹਨੂੰ ਲਿਆਂਦਾ ਗਿਆ ਹੈ ਇੰਟਰਨੈਸ਼ਨਲ ਕਨਵੈਨਸ਼ਨ CEDAW ਜਿਹੜੀ 1989 ਦੀ, ਜਿਹੜੀ ਗੱਲ ਕਰਦੀ ਹੈ ਕਿ ਮਹਿਲਾਵਾਂ ਦੇ ਅਗੇਂਸਟ ਕੋਈ ਵੀ ਭੇਦਭਾਵ ਹੋ ਰਿਹਾ, ਕੁਝ ਵੀ ਹੋ ਰਿਹਾ, ਉਹਦੇ ਅਗੇਂਸਟ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਸੋ ਯੂਨਾਈਟਿਡ ਨੇਸ਼ਨ ਦਾ ਇਹ ਇੰਪੋਰਟੈਂਟ ਕਨਵੈਨਸ਼ਨ ਹੈ ਜਿਹਨੂੰ ਭਾਰਤ ਨੇ ਮੰਨਿਆ ਸੀ 1993 ਦੇ ਵਿੱਚ। ਸੋ ਇਸ ਕੇਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਨੇ ਉਸੇ ਕਨਵੈਨਸ਼ਨ ਦੇ ਚੱਲਦੇ ਹੋਏ ਡੋਮੈਸਟਿਕ ਵਾਇਲੈਂਸ ਐਕਟ ਨੂੰ ਲਿਆਂਦਾ। ਉਸ ਤੋਂ ਬੰਬੇ ਹਾਈ ਕੋਰਟ ਦਾ ਕੇਸ ਆ ਜਾਂਦਾ ਹੈ ਇਸ਼ਪਾਲ ਸਿੰਘ ਕਹਾਏ ਵਰਸਸ ਰਮਨਜੀਤ ਕਹਾਏ ਦਾ, ਜਿਹਦੇ ਵਿੱਚ ਦੁਬਾਰਾ ਤੋਂ ਇਹ ਕਿਹਾ ਗਿਆ ਸੀ ਕਿ ਜਿਹੜਾ ਡੋਮੈਸਟਿਕ ਵਾਇਲੈਂਸ ਐਕਟ ਹੈ ਉਹਦਾ ਮੇਨ ਮਕਸਦ ਹੈ ਕਿ ਡੋਮੈਸਟਿਕ ਘਰੇਲੂ ਸੈਕਟਰ ਦੇ ਵਿੱਚ ਜਦੋਂ ਮਹਿਲਾਵਾਂ ਦੇ ਨਾਲ ਵਾਇਲੈਂਸ ਹੁੰਦੀ ਹੈ ਤਾਂ ਉਹਦੇ ਲਈ ਅਲੱਗ ਤੋਂ ਇੱਕ ਸਟੈਚੂਟਰੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ। ਸੋ ਮਹਿਲਾਵਾਂ ਦੀ ਸਿਕਿਉਰਿਟੀ ਪ੍ਰੋਟੈਕਸ਼ਨ ਹਰ ਘਰ ਦੇ ਵਿੱਚ ਇਰਰਿਸਪੈਕਟਿਵ ਕਿ ਉਹਦੇ ਰਾਈਟਸ ਕੀ ਨੇ, ਉਹਦੇ ਕੋਲ ਕੋਈ ਪ੍ਰਾਪਰਟੀ ਹੈ ਨਹੀਂ ਹੈ, ਕਮਾ ਰਹੀ ਹੈ ਨਹੀਂ ਕਮਾ ਰਹੀ ਹੈ, ਹਰ ਮਹਿਲਾ ਨੂੰ ਇੱਜ਼ਤ ਦੇ ਨਾਲ ਉਹਦੇ ਇਨ-ਲॉज ਦੇ ਘਰ ਇੱਕ ਜਗ੍ਹਾ ਮਿਲਣੀ ਚਾਹੀਦੀ ਹੈ। ਸੋ ਮੇਨਲੀ ਉਸੇ ਆਬਜੈਕਟ ਦੇ ਲਈ ਜਿਹੜਾ ਐਕਟ ਹੈ ਲਿਆਂਦਾ ਗਿਆ। ਸੋ ਹੁਣ ਉਸ ਐਕਟ ਦੇ ਵਿੱਚ ਮੇਨ ਡੈਫੀਨੇਸ਼ਨਸ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਗਰੀਵਡ ਪਰਸਨ, ਜਿਹਦੇ ਨਾਲ ਕੁਝ ਗਲਤ ਹੋਇਆ। ਸੋ ਸੈਕਸ਼ਨ 2A ਇਸ ਚੀਜ਼ ਦੀ ਡੈਫੀਨੇਸ਼ਨ ਦਿੰਦੇ ਆ। ਸੋ ਅਗਰੀਵਡ ਪਰਸਨ ਕੌਣ ਹੈ? ਜੋ ਸ਼ਿਕਾਇਤ ਲੈ ਕੇ ਜਾ ਸਕਦੇ ਆ ਜਾਂ ਜਿਹਦੇ ਨਾਲ ਗਲਤ ਹੋ ਰਿਹਾ ਹੈ, ਜੋ ਮੇਨ ਇਹਦੇ ਵਿੱਚ ਪਰਸਨ ਹੈ ਜਿਹਦੇ ਆਪਾਂ ਰਾਈਟਸ ਦੀ ਗੱਲ ਕਰਦੇ ਹਾਂ, ਡੋਮੈਸਟਿਕ ਵਾਇਲੈਂਸ ਜਿਹਦੇ ਨਾਲ ਹੋ ਰਹੀ ਹੈ। ਸੋ ਇਸ ਸੈਕਸ਼ਨ ਦੇ ਅਨੁਸਾਰ 2A ਦੇ ਅਨੁਸਾਰ ਅਗਰੀਵਡ ਪਰਸਨ ਦਾ ਮਤਲਬ ਹੈ ਉਹ ਮਹਿਲਾ who is or has been in a domestic relationship with respondent who alleged to have been subjected to any act of domestic violence। ਸੋ ਉਹ ਮਹਿਲਾ ਜਿਹੜੀ ਕਦੇ ਵੀ ਕਿਸੇ ਇੱਕ ਡੋਮੈਸਟਿਕ ਮਤਲਬ ਕਿਸੇ ਦੇ ਨਾਲ ਰਿਲੇਸ਼ਨ 'ਚ ਰਹੀ ਹੈ ਘਰ ਦੇ ਵਿੱਚ, ਤੇ ਜਿਹਦੇ ਨਾਲ ਰਹੀ ਹੈ ਉਹਦੇ ਤੋਂ ਕਿਸੇ ਤਰੀਕੇ ਦੀ ਵਾਇਲੈਂਸ ਹਿੰਸਾ ਮਿਲੀ ਹੈ। ਸੋ ਕਿਸੇ ਵੀ ਤਰੀਕੇ ਦੀ ਮਹਿਲਾ ਨੂੰ ਹਿੰਸਾ ਦਾ ਹੋਣਾ ਜ਼ਰੂਰੀ ਹੈ ਜੇ ਇਸ ਐਕਟ ਦੇ ਵਿੱਚ ਆਉਣਾ। ਡੋਮੈਸਟਿਕ ਰਿਲੇਸ਼ਨਸ਼ਿਪ ਦਾ ਮਤਲਬ ਕੀ ਹੈ? ਸੈਕਸ਼ਨ 2F ਹੈ ਜਿਹੜਾ ਡੋਮੈਸਟਿਕ ਰਿਲੇਸ਼ਨਸ਼ਿਪ ਦਾ ਮਤਲਬ ਹੈ ਜਦੋਂ ਦੋ ਪਰਸਨ ਇੱਕ ਹੀ ਛੱਤ ਦੇ ਨੀਚੇ ਰਹਿ ਰਹੇ ਨੇ ਤੇ ਉੱਥੇ ਫਿਰ ਕੋਈ ਮਾਰਕੁੱਟ ਹੋ ਰਹੀ ਹੈ, ਕੋਈ ਮੈਂਟਲ ਟੌਰਚਰ ਹੋ ਰਿਹਾ ਹੈ। ਸੋ ਸ਼ੇਅਰਡ ਹਾਊਸ ਹੋਲਡ ਦਾ ਹੋਣਾ ਜ਼ਰੂਰੀ ਹੈ। ਹੁਣ ਡੋਮੈਸਟਿਕ ਰਿਲੇਸ਼ਨ ਦੇ ਵਿੱਚ ਸਿਰਫ ਇਹ ਨਹੀਂ ਕਿ ਹਸਬੈਂਡ ਤੁਹਾਡੇ ਨਾਲ ਗਲਤ ਕਰ ਰਿਹਾ ਤਾਂ ਮਹਿਲਾ ਕੇਸ ਲੈ ਕੇ ਜਾ ਸਕਦੀ ਹੈ। ਸੋ ਇਹਦੇ ਵਿੱਚ ਵਾਈਫ, ਡਾਟਰ ਇਨ ਵਾਈਫਸ ਮਤਲਬ ਕਿ ਜੇ ਇੱਕ ਤੋਂ ਜ਼ਿਆਦਾ ਕੋਈ ਵਾਈਫ ਹੈ ਕਿਸੇ ਪਰਸਨ ਦੀ, daughter-in-law, sister-in-law, widow, any other member of the family, or blood relation such as sisters or daughters, other domestic relationship, including through adoption, live-in relationship, women in bigamous, victim of legally invalid marriage। ਸੋ ਹਰ ਤਰੀਕੇ ਦੀ ਮਹਿਲਾ, ਸੋ ਕੋਈ ਵੀ ਮਹਿਲਾ ਚਾਹੇ ਇੱਕ ਤੋਂ ਜ਼ਿਆਦਾ ਵਾਈਫਸ ਨੇ ਉਹਨਾਂ ਨਾਲ ਗਲਤ ਹੋ ਰਿਹਾ, ਕਿਸੇ ਦੀ ਨੂੰਹ ਨਾਲ ਗਲਤ ਹੋ ਰਿਹਾ, ਸਿਸਟਰ ਇਨ ਲਾਅ ਨਾਲ ਗਲਤ ਹੋ ਰਿਹਾ, ਵਿਡੋ ਹੈ ਕੋਈ, ਸੋ ਜੋ ਵੀ ਆਪਾਂ ਇੱਕ ਮਹਿਲਾ ਨੂੰ ਰਿਸ਼ਤਾ ਦੇ ਸਕਦੇ ਹਾਂ, ਇੱਕ ਟੈਗ ਦੇ ਸਕਦੇ ਹਾਂ, ਚਾਹੇ ਲਿਵ ਇਨ ਰਿਲੇਸ਼ਨ, ਅਡੋਪਟਿਵ, ਬਾਈਗੈਮੀਅਸ, ਇਨਵੈਲਿਡ ਮੈਰਿਜ ਹੈ, ਇਲੀਗਲ ਮੈਰਿਜ ਹੈ, ਜੋ ਵੀ ਤੁਸੀਂ ਇੱਕ ਮਹਿਲਾ ਇੱਕ ਕੁੜੀ ਦੇ ਨਾਲ ਔਰਤ ਦੇ ਨਾਲ ਜੋੜ ਸਕਦੇ ਹੋ ਰਿਲੇਸ਼ਨ। ਸੋ ਹਰ ਇੱਕ ਰਿਲੇਸ਼ਨ ਇਹਦੇ ਵਿੱਚ ਕਿਹਾ ਕਿ ਡੋਮੈਸਟਿਕ ਰਿਲੇਸ਼ਨਸ਼ਿਪ ਹੈ। ਸੋ the law addressed the concern of women of all ages irrespective marital status ਕੀ ਹੈ। ਸੋ ਇਹ ਹੈ ਡੋਮੈਸਟਿਕ ਰਿਲੇਸ਼ਨਸ਼ਿਪ। ਬਸ ਜੋ ਵੀ ਉਹ ਪਰਸਨ ਹੈ ਉਹ ਰਿਸਪੋਂਡੈਂਟ ਦੇ ਨਾਲ ਜੋ ਤੁਹਾਡੇ ਨਾਲ ਗਲਤ ਕਰ ਰਿਹਾ ਉਹਦੇ ਨਾਲ ਇੱਕ ਘਰ ਦੇ ਵਿੱਚ ਉਹਦਾ ਰਹਿਣਾ ਜ਼ਰੂਰੀ ਹੈ। ਸ਼ੇਅਰਡ ਹਾਊਸਹੋਲਡ ਹੁਣ ਕੀ ਹੈ? ਸੋ ਜੋ ਮੈਂ ਗੱਲ ਕਰ ਰਹੀ ਘਰ ਦੇ ਵਿੱਚ ਰਹਿਣਾ ਜ਼ਰੂਰੀ ਹੈ। ਸੈਕਸ਼ਨ 2S ਦੀ ਡੈਫੀਨੇਸ਼ਨ ਦਿੰਦਾ ਹੈ। ਸੋ ਇਹ 2A 2F 2S ਤਿੰਨੋਂ ਡੈਫੀਨੇਸ਼ਨਸ ਇੰਪੋਰਟੈਂਟ ਹੈ, ਨੰਬਰ ਇੰਪੋਰਟੈਂਟ ਹੈ। ਸੋ ਸ਼ੇਅਰਡ ਹਾਊਸਹੋਲਡ ਇਜ਼ ਵੇਅਰ ਦ ਅਗਰੀਵਡ ਪਰਸਨ ਜਿਹਦੇ ਨਾਲ ਗਲਤ ਹੋ ਰਿਹਾ ਜਾਂ ਮਹਿਲਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕਿਸੇ ਡੋਮੈਸਟਿਕ ਰਿਲੇਸ਼ਨਸ਼ਿਪ ਰਹਿ ਰਹੀ ਹੈ, ਚਾਹੇ ਐਜ਼ ਅ ਮਦਰ ਰਹਿ ਰਹੀ ਹੈ, ਐਜ਼ ਅ ਵਾਈਫ ਰਹਿ ਰਹੀ ਹੈ, ਜੋ ਵੀ ਆਪਾਂ ਨੂੰ ਉੱਪਰ ਰਿਸ਼ਤੇ ਪੜੇ ਨੇ,
ਕੱਲੀ ਰਹਿ ਰਹੀ ਹੈ ਜਾਂ along with the man against whom the complaint is filed. It may also imply a household where a woman has lived in a domestic relationship, ਪਰ ਉਹਨੂੰ ਉੱਥੋਂ ਘਰੋਂ ਬਾਹਰ ਕੱਢਤਾ। ਸੋ ਇਹ ਨਹੀਂ ਕਿ ਜਦੋਂ ਕੇਸ ਫਾਈਲ ਕੀਤਾ ਉਦੋਂ ਰਹਿਣੀ ਚਾਹੀਦੀ ਹੈ, ਮਤਲਬ ਕਦੇ ਰਹੀ ਸੀ ਤੇ ਜਦੋਂ ਰਹੇ ਸੀ ਉਦੋਂ ਦੇ ਨਾਲ ਗਲਤ ਹੋਇਆ। ਸੋ ਬੇਸਿਕਲੀ ਸਾਰੀ ਐਕਸਪੈਂਡਡ ਮੀਨਿੰਗ ਇੱਥੇ ਦੱਸਿਆ ਡੈਫੀਨੇਸ਼ਨ ਦਾ। ਡੋਮੈਸਟਿਕ ਵਾਇਲੈਂਸ, ਸੋ ਹੁਣ ਸਭ ਤੋਂ ਇੰਪੋਰਟੈਂਟ ਸੈਕਸ਼ਨ 3 ਹੈ ਜਿਹੜਾ ਇਸ ਐਕਟ ਦਾ, ਉਹ ਡੋਮੈਸਟਿਕ ਵਾਇਲੈਂਸ ਦੱਸਦਾ ਕਿ ਕੀ ਹੁੰਦੀ ਹੈ। ਸੋ ਇਹਦੇ ਵਿੱਚ ਹਰ ਤਰੀਕੇ ਦੀ ਵਾਇਲੈਂਸ ਆਉਂਦੀ ਹੈ, ਇਕੱਲੀ ਫਿਜ਼ੀਕਲ ਮਾਰ ਕੁਟਾਈ ਨਹੀਂ, ਇਮੋਸ਼ਨਲ, ਮੈਂਟਲ, ਸੈਕਸ਼ੂਅਲ, ਫਾਈਨੈਂਸ਼ੀਅਲ, ਅਦਰ ਫਾਰਮ ਆਫ ਕਰੂਐਲਿਟੀ। ਤੁਸੀਂ ਕਿਸੇ ਨੂੰ ਆਪਣੀ ਵਾਈਫ ਨੂੰ ਪੈਸੇ ਦੇ ਲਈ ਤੰਗੀ ਦੇ ਰਹੇ ਹੋ, ਮੈਂਟਲੀ ਟੌਰਚਰ ਕਰ ਰਹੇ ਹੋ, ਉਹਦੇ ਘਰਦਿਆਂ ਨੂੰ ਬੁਰਾ ਭਲਾ ਕਹਿ ਰਹੇ ਹੋ, ਹਰ ਤਰੀਕੇ ਦੀ ਵਾਇਲੈਂਸ ਡੋਮੈਸਟਿਕ ਵਾਇਲੈਂਸ ਮੰਨੀ ਜਾਊਗੀ। ਬੇਸਿਕਲੀ ਤੁਸੀਂ ਕਿਸੇ ਦਾ ਆਪਣੇ ਘਰ 'ਚ ਰਹਿਣਾ ਮੁਸ਼ਕਿਲ ਕਰ ਰਹੇ ਹੋ, ਸਿੰਪਲ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਾਂ ਕਹਾਂਗੇ ਕਿ ਉਹ ਐਕਟ, ਓਮਿਸ਼ਨ ਜਾਂ ਕਮਿਸ਼ਨ ਜਾਂ ਕੰਡਕਟ ਹੈ ਰਿਸਪੋਂਡੈਂਟ ਦਾ, ਜਿਹਦੇ ਨਾਲ ਕਿ ਡੋਮੈਸਟਿਕ ਵਾਇਲੈਂਸ ਹੋਇਆ। ਸੋ ਇੱਕ ਵਾਰੀ ਆਪਾਂ ਪੜ੍ਹ ਵੀ ਲੈਂਦੇ ਹਾਂ ਲਾਅ ਕੀ ਕਹਿ ਰਿਹਾ। ਸੋ ਇਹ ਜਿਹਾ ਤੁਹਾਡਾ ਐਕਟ ਜਿਹਦੇ ਨਾਲ ਕਿਸੇ ਦੀ ਹੈਲਥ, ਸੇਫਟੀ, ਲਾਈਫ, ਲਿੰਬ, ਵੈਲਬੀਂਗ ਨੂੰ ਐਂਡੇਂਜਰਮੈਂਟ ਹੋ ਰਹੀ ਹੈ, ਇੰਜਰੀ ਹੋਈ ਹੈ, ਹਾਰਮ ਹੋਇਆ, ਚਾਹੇ ਮੈਂਟਲ ਜਾਂ ਫਿਜ਼ੀਕਲ, ਅਗਰੀਵਡ ਪਰਸਨ ਦਾ, ਜਾਂ ਹੋ ਸਕਦਾ ਹੈ ਤੇ ਇਹਦੇ ਵਿੱਚ ਫਿਜ਼ੀਕਲ, ਸੈਕਸ਼ੂਅਲ, ਵਰਬਲ, ਇਮੋਸ਼ਨਲ, ਸਿਰਫ ਗਾਲੀ ਗਲੋਚ, ਇਕੋਨਮਿਕ ਅਬਿਊਜ਼ ਵੀ, ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਕਿਸੇ ਮਹਿਲਾ ਨੂੰ ਪੈਸਾ ਨਹੀਂ ਦੇ ਰਹੇ, ਬਿਲਕੁਲ ਹੀ ਤਰਸਾ ਰਹੇ ਹੋ, ਤੁਹਾਡੀ ਵਾਈਫ ਹੈ, ਉਹਨੂੰ ਖਰਚੇ ਦੇ ਲਈ ਇੱਕ ਪੈਸਾ ਨਹੀਂ ਦੇ ਰਹੇ, ਉਹਨੂੰ ਬੇਸਿਕਲੀ ਜੋ ਜ਼ਰੂਰਤਾਂ ਨੇ, ਇੱਕ ਨੋਰਮਲ ਆਪਣੀ ਜ਼ਿੰਦਾ ਰਹਿਣ ਲਈ ਜ਼ਰੂਰਤਾਂ ਨੇ, ਉਹਦੇ ਲਈ ਵੀ ਮਦਦ ਨਹੀਂ ਦੇ ਰਹੇ, ਹਰਾਸ ਕਰ ਰਹੇ ਹੋ, ਤੰਗ ਪਰੇਸ਼ਾਨ ਕਰ ਰਹੇ ਹੋ, ਉਹਨੂੰ ਕਿਸੇ ਤਰੀਕੇ ਦੀ ਡਾਊਰੀ, ਅਨਲੌਫੁਲ ਡਿਮਾਂਡ, ਪ੍ਰੋਪਰਟੀ, ਵੈਲਿਊਬਲ ਸਿਕਿਉਰਿਟੀ, ਦਹੇਜ ਵਗੈਰਾ ਮੰਗ ਰਹੇ ਹੋ, ਥ੍ਰੈਟਨ ਕਰ ਰਹੇ ਹੋ, ਉਹਨੂੰ ਜਾਨ ਤੋਂ ਨੁਕਸਾਨ ਪਹੁੰਚਾਉਣ ਦੇ ਲਈ ਤੁਸੀਂ ਥ੍ਰੈਟਨ ਕਰ ਰਹੇ ਹੋ, ਡਰਾ ਧਮਕਾ ਰਹੇ ਹੋ, ਅਦਰਵਾਈਜ਼ ਇੰਜਰ ਔਰ ਕਾਜ਼ ਹਾਰਮ, ਜਾਂ ਕੋਈ ਵੀ ਹੋਰ ਕੈਟੇਗਰੀ ਜਿਹਨੂੰ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ। ਸੋ ਹਰ ਤਰੀਕੇ ਦੀ ਤੰਗ ਪਰੇਸ਼ਾਨੀ ਨੂੰ ਆਪਾਂ ਡੋਮੈਸਟਿਕ ਵਾਇਲੈਂਸ ਕਵਾਂਗੇ। ਹੁਣ ਇਹਦੇ ਵਿੱਚ ਮਦਦ ਕੌਣ ਲੈ ਸਕਦਾ? ਹੂ ਕੈਨ ਸੀਕ ਹੈਲਪ ਔਰ ਕਲੇਮ ਰਿਲੀਫ ਅੰਡਰ ਡੋਮੈਸਟਿਕ ਵਾਇਲੈਂਸ ਐਕਟ। ਕਈ ਵਾਰੀ ਕੀ ਹੁੰਦਾ ਕਿ ਡੋਮੈਸਟਿਕ ਵਾਇਲੈਂਸ ਕੇਸਿਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਸੁਸਾਈਡ ਕਰ ਲੈਂਦੀਆਂ ਨੇ ਮਹਿਲਾਵਾਂ ਤੰਗ ਹੋ ਕੇ। ਸੋ ਉੱਥੇ ਫਿਰ ਉਹਨਾਂ ਦੀ ਜਿਹੜੀ ਫੈਮਿਲੀ ਹੈ, ਕੋਈ ਕਲੋਜ਼ ਫਰੈਂਡ ਹੈ, ਉਹ ਵੀ ਕੰਪਲੇਂਟ ਫਾਈਲ ਕਰ ਸਕਦੇ ਹੈ। ਸੋ ਕੋਈ ਵੀ ਤੇ ਜਿਹੜੀ ਮਹਿਲਾ ਹੈ ਕਿਸੇ ਦੇ ਅਗੇਂਸਟ ਵੀ ਕੇਸ ਫਾਈਲ ਕਰ ਸਕਦੀ ਹੈ, ਮੇਲ, ਫੀਮੇਲ ਰਿਲੇਟਿਵ, ਜੋ ਵੀ ਉਹਨੂੰ ਲੱਗਦਾ ਹੈ ਕਿ ਜਿਹਨੇ ਤੰਗ ਕੀਤਾ ਜਾਂ ਵਾਇਲੈਂਸ ਨੂੰ ਪਰਪੀਟਰੇਟ ਕੀਤਾ, ਸ਼ੁਰੂ ਕੀਤਾ। ਸੋ ਇਹਦੇ ਅੰਦਰ ਸਟੇਟ ਗਵਰਨਮੈਂਟ ਪ੍ਰੋਟੈਕਸ਼ਨ ਆਫਿਸਰ ਅਪਾਇੰਟ ਕਰਦੀ ਹੈ, ਸੈਕਸ਼ਨ 8, ਤੇ ਉਹ ਮਹਿਲਾ ਤੇ ਕੋਰਟ ਦੇ ਵਿਚਕਾਰ ਇੱਕ ਫੈਸਿਲੀਟੇਟਰ ਦੇ ਤੌਰ ਤੇ ਕੰਮ ਕਰਦੇ ਆ। ਜੋ ਵੀ ਸਬੂਤ ਵਗੈਰਾ ਚਾਹੀਦੇ ਹੁੰਦੇ ਨੇ, ਕੋਈ ਮੈਡੀਕਲ ਏਡ ਹੈ, ਕੋਈ ਇਮੀਡੀਏਟ ਰਿਲੀਫ ਹੈ, ਸੋ ਸਾਰਾ ਕੁਝ ਪ੍ਰੋਵਾਈਡ ਕਰਦੇ ਨੇ। ਪ੍ਰੋਟੈਕਸ਼ਨ ਆਫਿਸਰ ਦੀਆਂ ਡਿਊਟੀ ਸੈਕਸ਼ਨ 9 ਦੇ ਵਿੱਚ ਦੱਸੀਆਂ ਹੋਈਆਂ ਨੇ ਕਿ ਕਿਵੇਂ ਸਾਰੇ ਉਹ ਕੇਸ ਦੇ ਵਿੱਚ ਮਦਦ ਕਰਦੇ ਨੇ। ਸਰਵਿਸ ਪ੍ਰੋਵਾਈਡਰਸ, ਜਿੱਥੇ ਮਹਿਲਾ ਨੂੰ ਜ਼ਰੂਰਤ ਹੈ ਕਿਸੇ ਸ਼ੈਲਟਰ ਹੋਮ ਦੀ, ਮੈਡੀਕਲ, ਚਾਈਲਡ ਕੇਅਰ ਦੀ, ਲੀਗਲ ਏਡ ਸਰਵਿਸ ਦੀ, ਤਾਂ ਸਰਵਿਸ ਪ੍ਰੋਵਾਈਡਰ ਸਾਰਾ ਕੁਝ ਪ੍ਰੋਵਾਈਡ ਕਰਕੇ ਦੇਣਗੇ ਸੈਕਸ਼ਨ 10 ਦੇ ਅਨੁਸਾਰ। ਦੈਨ ਜਦੋਂ ਫਾਈਲ ਕਰਨੀ ਹੈ ਕੰਪਲੇਂਟ ਡੋਮੈਸਟਿਕ ਵਾਇਲੈਂਸ ਦੀ, ਤਾਂ ਮਹਿਲਾ ਦੇ ਕੋਲ ਕੁਝ 3-4 ਆਪਸ਼ਨ ਹੁੰਦੀਆਂ ਨੇ। ਸੋ ਜਾਂ ਤਾਂ ਸਿੱਧਾ ਪੁਲਿਸ ਸਟੇਸ਼ਨ ਜਾ ਕੇ ਕੰਪਲੇਂਟ ਫਾਈਲ ਕਰਾ ਸਕਦੇ ਨੇ, ਜਾਂ ਉਹ ਪ੍ਰੋਟੈਕਸ਼ਨ ਆਫਿਸਰ ਸਰਵਿਸ ਪ੍ਰੋਵਾਈਡਰ ਕੋਲ ਜਾ ਸਕਦੀ ਹੈ, ਜਾਂ ਫਿਰ ਉਹ ਮੈਜਿਸਟ੍ਰੇਟ ਕੋਲ ਜਾ ਸਕਦੀ ਹੈ। ਸੋ ਜਿੰਨੀਆਂ ਵੀ ਡਿਊਟੀਜ਼ ਨੇ ਪੁਲਿਸ ਆਫਿਸਰ, ਪ੍ਰੋਟੈਕਸ਼ਨ ਆਫਿਸਰ, ਸਰਵਿਸ ਪ੍ਰੋਵਾਈਡਰ ਦੀਆਂ ਸੈਕਸ਼ਨ 5 ਦੇ ਅੰਦਰ ਦਿੱਤੀਆਂ ਹੋਈਆਂ ਨੇ, ਤੇ ਬਹੁਤ ਹੀ ਬੇਸਿਕ ਹੈ, ਸਿਰਫ ਤੁਸੀਂ ਮੇਨ ਸੈਕਸ਼ਨਸ ਦਾ ਧਿਆਨ ਰੱਖਣਾ ਹੈ। ਸੋ ਜਿਹੜੇ ਕੇਸ ਨੇ ਕਿਹੜੀ ਕੋਰਟ ਡਿਸਾਈਡ ਕਰਦੀ ਹੈ? ਸੋ ਡੋਮੈਸਟਿਕ ਵਾਇਲੈਂਸ ਜਿਹੜੇ ਕੇਸ ਨੇ ਫਰਸਟ ਕਲਾਸ ਮੈਜਿਸਟ੍ਰੇਟ ਜਾਂ ਮੈਟਰੋਪੋਲੀਟਨ ਕੋਰਟ ਡਿਸਾਈਡ ਕਰਦੀ ਹੈ। ਸਿਰਫ ਤੁਹਾਨੂੰ ਪੇਪਰ ਦੇ ਲਈ ਇੰਨਾ ਹੀ ਪਤਾ ਹੋਣਾ ਚਾਹੀਦਾ ਕਿ ਕਿਹੜੀ ਕੋਰਟ ਹੈ ਤੇ ਕਿਹੜੇ ਸੈਕਸ਼ਨ ਦੇ ਵਿੱਚ ਮੈਂਸ਼ਨ ਹੈ। ਉਸ ਤੋਂ ਬਾਅਦ ਰਿਲੀਫ ਕਿਵੇਂ ਦੇ ਮਿਲਦੇ ਨੇ? ਸੋ ਸੈਕਸ਼ਨ 18 ਤੋਂ ਲੈ ਕੇ 23 ਦੇ ਵਿੱਚ ਅਲੱਗ-ਅਲੱਗ ਆਰਡਰ ਦੱਸੇ ਹੋਏ ਨੇ। ਸੋ ਸਭ ਤੋਂ ਪਹਿਲਾਂ ਕਿ ਪ੍ਰੋਟੈਕਸ਼ਨ ਆਰਡਰ, ਸੈਕਸ਼ਨ 18 ਦੇ ਅਨੁਸਾਰ ਜੇ ਡੋਮੈਸਟਿਕ ਵਾਇਲੈਂਸ ਹੋਈ ਹੈ, ਇੱਕੋ ਦਮ ਕੋਈ ਪ੍ਰੋਟੈਕਸ਼ਨ ਦੀ ਜ਼ਰੂਰਤ ਹੈ, ਸੇਫਟੀ, ਸਿਕਿਉਰਿਟੀ ਇੰਸ਼ੋਰ ਕਰਨੀ ਹੈ ਕਿ ਦੁਬਾਰਾ ਤੋਂ ਨਾ ਹੋਵੇ, ਕਿਸੇ ਤੋਂ ਖਤਰਾ ਨਾ ਹੋਵੇ। ਸੋ ਉਹ ਸਾਰੀਆਂ ਚੀਜ਼ਾਂ ਪ੍ਰੋਟੈਕਸ਼ਨ ਆਰਡਰ ਦੇ ਆਉਂਦੀਆਂ ਨੇ। ਜੇ ਮਹਿਲਾ ਚਾਹੁੰਦੀ ਹੈ ਕਿ ਉਹਨੂੰ ਕਿਸੇ ਸ਼ੇਅਰਡ ਹਾਊਸਹੋਲਡ ਤੋਂ ਕੱਢਿਆ ਗਿਆ, ਤਾਂ ਰੈਜ਼ੀਡੈਂਸ ਆਰਡਰ ਵੀ ਲੈ ਸਕਦੇ ਆ ਮੈਜਿਸਟ੍ਰੇਟ ਦੇ ਥਰੂ, ਸੈਕਸ਼ਨ 19, ਕਿ ਉਹਨੂੰ ਉਹਨਾਂ ਦੇ ਘਰ 'ਚੋਂ ਕੋਈ ਕੱਢੇ ਨਾ, ਬਿਨਾਂ ਕਿਸੇ ਖਤਰੇ ਤੋਂ, ਸੇਫਟੀ ਸਿਕਿਉਰਿਟੀ ਹੋਵੇ। ਦੈਨ ਜੇ ਕੋਈ ਮੋਨੇਟਰੀ ਰਿਲੀਫ ਚਾਹੀਦੀ ਹੈ, ਪੈਸੇ ਦੀ ਰਿਲੀਫ ਚਾਹੀਦੀ ਹੈ, ਸੈਕਸ਼ਨ 20 ਦੇ ਵਿੱਚ ਮਿਲੂਗੀ। ਕੋਈ ਐਕਸਪੈਂਡੀਚਰ ਇਨਕਰ ਹੈ ਵਾਇਲੈਂਸ ਦੇ ਕਰਕੇ, ਕੋਈ ਮੈਡੀਕਲ ਐਕਸਪੈਂਸ ਦੇ ਲਈ ਪੈਸੇ ਚਾਹੀਦੇ ਨੇ, ਤਾਂ ਸਾਰਿਆਂ ਦਾ ਆਰਡਰ ਕੋਰਟ ਦਊਗੀ।
ਦੈਨ ਜੇ ਕੋਈ ਕਸਟਡੀ ਆਰਡਰ ਚਾਹੀਦਾ ਕੋਈ ਚਿਲਡਰਨ ਦੇ, ਮਹਿਲਾ ਨੂੰ ਉਹਦੇ ਬੱਚੇ ਤੋਂ ਦੂਰ ਰੱਖਿਆ ਜਾ ਰਿਹਾ, ਤੇ ਸੈਕਸ਼ਨ 21 ਦੇ ਅਨੁਸਾਰ ਕਸਟਡੀ ਆਰਡਰ ਵੀ ਦਿੱਤੇ ਜਾ ਸਕਦੇ ਨੇ। ਦੈਨ ਜੇ ਮਹਿਲਾ ਦੇ ਨਾਲ ਕੋਈ ਹੋਰ ਤਰੀਕੇ ਦਾ ਡਿਸਟ੍ਰੈਸ, ਮੈਂਟਲ ਟਾਰਚਰ ਹੋਇਆ ਤਾਂ ਉੱਥੇ ਫਿਰ ਸੈਕਸ਼ਨ 22 ਦੇ ਅਨੁਸਾਰ ਕੰਪਨਸੇਸ਼ਨ ਆਰਡਰ, ਉਸ ਚੀਜ਼ ਦੀ ਭਰਪਾਈ ਕਰਨ ਦੇ ਲਈ ਵੀ ਰਿਸਪੋਂਡੈਂਟ ਨੂੰ ਕਿਹਾ ਜਾ ਸਕਦਾ ਹੈ ਕਿ ਇਹਨੂੰ ਉਸ ਚੀਜ਼ ਦੇ ਲਈ ਪੈਸੇ ਦੇਣੇ ਪੈਣਗੇ। ਕੋਈ ਇੰਟੈਰਿਮ, ਟੈਂਪਰੇਰੀ, ਐਕਸ ਪਾਰਟੀ ਆਰਡਰ ਵੀ ਦੇ ਸਕਦੀ ਹੈ। ਸੋ ਸੈਕਸ਼ਨ 23 ਗਿਵ ਪਾਵਰ ਟੂ ਮੈਜਿਸਟ੍ਰੇਟ ਟੂ ਪਾਸ ਸਚ ਇੰਟੈਰਿਮ ਆਰਡਰ ਐਜ਼ ਡੀਮ ਜਸਟ ਐਂਡ ਪ੍ਰੋਪਰ। ਸੋ ਕੋਈ ਵੀ ਹੋਰ ਤਰੀਕੇ ਦਾ ਆਰਡਰ ਜਿਹੜਾ ਮੈਜਿਸਟ੍ਰੇਟ ਨੂੰ ਸਹੀ ਲੱਗੇ ਕਿ ਦੇਣਾ ਚਾਹੀਦਾ ਇਸ ਕੇਸ ਦੇ ਵਿੱਚ ਅਗਰੀਵਡ ਪਰਸਨ ਦੀ ਸੇਫਟੀ ਸਿਕਿਉਰਿਟੀ ਇਨਸ਼ੋਰ ਕਰਨ ਦੇ ਲਈ, ਸੋ ਉਹ ਵੀ ਦਿੱਤੇ ਜਾ ਸਕਦੇ ਨੇ।